ਜਿਹੜਾ ਅੱਜ ਦਾ ਯੂਥ ਜਿਹੜਾ नहीं पढ़िया वो गुलाम आ, भावें जिथे मर्जी तुसीं चल जाओ तुसीं गुलाम ही रहना। तो जिहड़ा तुहाडा थल्ले आ बच्चे आ 5वीं 6वीं इस वेले पढ़ रहे, मैं उन्हां दे हत्थ अगे जोड़ के बेनती करदा बई पढ़ लो। जे तुसीं पढ़े ना तुसीं किते भी चल जाओ दुनिया 'च तुसीं गुलाम ही रहना। ਜਿਹੜਾ ਬੰਦਾ ਆਈਲੈਟ ਕਰਕੇ ਬਾਹਰ ਵੀ ਜਾਊਗਾ ਅੱਜ ਉਹਨੇ ਕੀ ਕਰਨਾ, ਉੱਥੇ ਜਾ ਕੇ ਟਰੱਕ ਹੀ ਚਲਾਉਣਾ, ਗੁਲਾਮੀ ਕਰਨੀ ਆ। ਉਹਦਾ ਬੌਸ ਆਊਗਾ ਬਈ ਇੱਦਾਂ ਕਰ ਉੱਦਾਂ ਕਰ, ਗੁਲਾਮ ਆ। ਕਾਫੀ ਸ਼ਾਪਾਂ ਤੇ ਕੰਮ ਕਰੋ, ਅਸੀਂ ਵੀ ਕੀਤੇ ਉਹ ਕੰਮ, ਐਸੀ ਗੱਲ ਨਹੀਂ ਆ। ਕਰਕੇ ਡਾਕਟਰ ਬਣੇ ਆ, ਮਿਹਨਤਾਂ ਕਰਨੀਆਂ ਪੈਣੀਆਂ ਵਾ। ਆਪਣੇ ਦੇਸ਼ 'ਚ ਕਰ ਲੋਗੇ ਤੇ ਵਧੀਆ ਰਹੋਗੇ, ਨਹੀਂ ਤੇ ਗੁਲਾਮ ਬਣ ਕੇ ਦੂਜੇ ਦੇਸ਼ਾਂ 'ਚ ਕਰੋਗੇ। एक कहता मैनू हिंदू राष्ट्र चाहिए, दूजा आंदा मैनू सिख राष्ट्र चाहिए, तीजा कहूगा मैनू मुसलमान राष्ट्र चाहिए, कल इन्होंने राष्ट्र बनाए कहूगा मैनू जट राष्ट्र चाहिए, मैनू आह राष्ट्र चाहिए वो राष्ट्र। भाई साडे बाबे नानक ने सानू ये नहीं सिखाया। वजीर सी, वजीर दा पुत ही वजीर बनता सी। ਜਿਹੜਾ गरीब सी भावें जिन्नी मर्जी उस काबलियत सी, वो वजीर बनता सुपना नहीं लै सकता सी। अज भी वो चीज़ है। डॉक्टर का बच्चा ही डॉक्टर बनूगा, डीसी का बच्चा ही डीसी बनूगा, IAS ऑफिसर का ही बच्चा IAS ऑफिसर बनूगा, चीफ मिनिस्टर का बच्चा ही चीफ मिनिस्टर बनूगा। गरीब सुपना भी नहीं लै सकता। फिर मैनू यार लोग कह देंगे भाई चाह वाला तो साडा प्रधानमंत्री बनया, वो भाई बनाया ही इसलिए गया कि साडे वर्गे गल ही ना कर सकन। वो गल समझने की कोशिश करो। करते उन्होंने बाहर जाने लिए पैसे देने आ, मतलब वेखो यार कित्थे साडी स्थिति आ गई। असीं ये कह दिता कि असीं अपने देश विच इनकलाब नहीं कर सकते, असीं अपने देश नूं हुण सोहना नहीं बना सकते, तुसीं हत्थ जोड़े तुहाडे अगे तुसीं बाहर चल जाओ। मतलब इन्ना माड़ा टाइम साडे ते आ गया। सोने दी चिड़ी साडा देश, उहदे उत्ते कंपनी दा राज आउण वाला, ते असीं हत्थ जोड़दे आ बई नहीं साडे वास दा रोग नहीं, तुसीं उड़ जाओ। ते ऐसे लोग पंजाब दे विच हजे भी बैठे आ ਜਿਹੜੇ ਉਹ ਲੋਕਾਂ ਦੀ ਸਪੋਰਟ ਕਰ ਰਹੇ ਆ, ਜਿਹੜੇ ਕਹਿੰਦੇ ਨਹੀਂ 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 ਬਹੁਤ ਵਧੀਆ ਇਨਕਲਾਬ ਜਿੰਦਾਬਾਦ, ਇਦਾਂ ਕਰ ਦੇਣਗੇ, ਨਾਰੇ ਲਾ ਦੇਣਗੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਬਈ ਤੁਹਾਡੇ ਗੁਰੂਆਂ ਨੇ ਤੁਹਾਨੂੰ ਕੀ ਸਿਖਾਇਆ? ਏਕਾ ਸਿਖਾਇਆ, ਇਕੱਠਿਆ ਕਰਨਾ ਸਿਖਾਇਆ ਇੱਕ ਦੂਜੇ ਨੂੰ। ਸਾਡੀ ਦੂਜੀ ਪਾਤਸ਼ਾਹੀ ਨੇ ਸਾਨੂੰ ਪੜ੍ਹਾਈ ਦਿੱਤੀ, ਐਜੂਕੇਸ਼ਨ ਦਿੱਤੀ। ਜਦੋਂ ਸਾਡੇ ਉੱਤੇ ਗੋਰਿਆਂ ਦਾ ਰਾਜ ਸੀ ਨਾ, ਉਦੋਂ ਵੀ ਲੋਕ ਜਿਹੜੇ ਪੜ੍ਹੇ ਲਿਖੇ ਹੁੰਦੇ ਸੀ ਉਹ ਆਜ਼ਾਦ ਸੀ। मतलब कि ਜਿਹੜਾ ਅੱਜ ਦਾ ਯੂਥ ਜਿਹੜਾ नहीं पढ़िया वो गुलाम आ, भावें जिथे मर्जी तुसीं चल जाओ तुसीं गुलाम ही रहना। तो ਜਿਹੜਾ ਤੁਹਾਡਾ ਥੱਲੇ ਆ ਬੱਚੇ ਆ 5ਵੀਂ 6ਵੀਂ ਇਸ ਵੇਲੇ पढ़ रहे, मैं ਉਹਨਾਂ ਦੇ ਹੱਥ ਅੱਗੇ जोड़ के बेनती करदा बई पढ़ लो। जे तुसीं पढ़े ना तुसीं किते भी चल जाओ दुनिया 'ਚ तुसीं गुलाम ही रहना। ਜਿਹੜਾ ਬੰਦਾ ਆਈਲੈਟ ਕਰਕੇ ਬਾਹਰ ਵੀ ਜਾਊਗਾ ਅੱਜ ਉਹਨੇ ਕੀ ਕਰਨਾ, ਉੱਥੇ ਜਾ ਕੇ ਟਰੱਕ ਹੀ ਚਲਾਉਣਾ, ਗੁਲਾਮੀ ਕਰਨੀ ਆ। ਉਹਦਾ ਬੌਸ ਆਊਗਾ ਬਈ ਇੱਦਾਂ ਕਰ ਉੱਦਾਂ ਕਰ, ਗੁਲਾਮ ਆ। ਕਾਫੀ ਸ਼ਾਪਾਂ ਤੇ ਕੰਮ ਕਰੋ, ਅਸੀਂ ਵੀ ਕੀਤੇ ਉਹ ਕੰਮ, ਐਸੀ ਗੱਲ ਨਹੀਂ ਆ। ਕਰਕੇ ਡਾਕਟਰ ਬਣੇ ਆ, ਮਿਹਨਤਾਂ ਕਰਨੀਆਂ ਪੈਣੀਆਂ ਵਾ। ਆਪਣੇ ਦੇਸ਼ 'ਚ ਕਰ ਲੋਗੇ ਤੇ ਵਧੀਆ ਰਹੋਗੇ, ਨਹੀਂ ਤੇ ਗੁਲਾਮ ਬਣ ਕੇ ਦੂਜੇ ਦੇਸ਼ਾਂ 'ਚ ਕਰੋਗੇ। ਆਪਣਾ ਦੇਸ਼ ਸੰਭਾਲ ਲਓ, ਇਨਕਲਾਬ ਚੱਲਦਾ ਰਹਿੰਦਾ। ਝੰਡਾ ਤੁਹਾਡਾ ਵਾ, ਤੁਹਾਡੇ ਵੱਡੇ ਵਡੇਰਿਆਂ ਨੇ ਇਹ ਝੰਡੇ ਲਈ ਜਾਨ ਦਿੱਤੀ ਆ। ਇੰਡੀਪੈਂਡੈਂਸ ਡੇ ਸੈਲੀਬ੍ਰੇਟ ਹੋਣਾ ਚਾਹੀਦਾ ਵਾ, ਸੈਲੀਬ੍ਰੇਟ ਕਰੋ। ਇਨਕਲਾਬ ਵੀ ਨਾਲ ਸੈਲੀਬ੍ਰੇਟ ਕਰੋ, ਇਨਕਲਾਬ ਚੱਲਦਾ ਰਹਿੰਦਾ ਵਾ। ਔਰ ਜਿਹੜੇ ਲੋਕ ਬਾਹਰਲੇ ਦੇਸ਼ਾਂ 'ਚ ਬੈਠੇ ਗੱਲਾਂ ਕਰਦੇ ਆ, ਖਾਸ ਕਰਕੇ ਸਾਡੇ ਨਿਊਯਾਰਕ ਦਾ ਇੱਕ ਬੰਦਾ ਉਹ ਲੱਖਾਂ ਡਾਲਰ ਕਮਾਉਂਦੇ ਇਹ ਚੀਜ਼ ਚੋਂ। ਉਹਨਾਂ ਦੇ ਟੀਵੀ ਚੈਨਲ ਚੱਲਦੇ ਇਹ ਚੀਜ਼ ਤੋਂ। ਐਸੇ ਟੀਵੀ ਚੈਨਲ ਆ ਬਾਹਰਲੇ ਦੇਸ਼ਾਂ 'ਚ ਜਿਹੜੇ ਹੇਟ ਦੀ ਰਾਜਨੀਤੀ ਤੇ ਚੱਲਦੇ ਆ, ਕਿਉਂਕਿ ਜਦੋਂ ਉਹ ਹੇਟ ਕਰਦੇ ਆ ਨਾਲ ਇੱਧਰੋਂ ਤੁਹਾਨੂੰ ਵੀ ਪਤਾ ਇੰਡੀਆ ਤੋਂ ਉਹ ਇੱਕ ਹੋਰ ਜਿਹੜਾ ਪ੍ਰਤੀ ਉਹ ਇੱਕ ਦੂਜੇ ਨੂੰ ਫੀਡ ਕਰਦੇ ਆ। ਹੇਟ ਫੀਡਸ ਹੇਟ। ਉਹ ਨਹੀਂ ਗੱਲ ਕਰਨਗੇ ਤੇ ਇਹ ਕਿੱਦਾਂ ਗੱਲ ਕਰਨਗੇ? ਜੇ ਇਹ ਨਹੀਂ ਕਹਿਣਗੇ ਕਿ ਸਾਨੂੰ ਆਹ ਚਾਹੀਦਾ, ਦੂਜੇ ਕਿੱਦਾਂ ਕਹਿਣਗੇ ਕਿ ਸਾਨੂੰ ਹਿੰਦੂ ਰਾਸ਼ਟਰ ਨਹੀਂ ਚਾਹੀਦਾ? ਇੱਕ ਕਹਿੰਦਾ ਮੈਨੂੰ ਹਿੰਦੂ ਰਾਸ਼ਟਰ ਚਾਹੀਦਾ, ਦੂਜਾ ਆਂਦਾ ਮੈਨੂੰ ਸਿੱਖ ਰਾਸ਼ਟਰ ਚਾਹੀਦਾ, ਤੀਜਾ ਕਹੂਗਾ ਮੈਨੂੰ ਮੁਸਲਮਾਨ ਰਾਸ਼ਟਰ ਚਾਹੀਦਾ, ਕੱਲ ਇਹਨਾਂ ਨੇ ਰਾਸ਼ਟਰ ਬਣਾਏ ਕਹੂਗਾ ਮੈਨੂੰ ਜੱਟ ਰਾਸ਼ਟਰ ਚਾਹੀਦਾ, ਮੈਨੂੰ ਆਹ ਰਾਸ਼ਟਰ ਚਾਹੀਦਾ ਉਹ ਰਾਸ਼ਟਰ। ਭਾਈ ਸਾਡੇ ਬਾਬੇ ਨਾਨਕ ਨੇ ਸਾਨੂੰ ਇਹ ਨਹੀਂ ਸਿਖਾਇਆ। एकता सिखाई है, एका सिखाया वा। अपना घर आप साफ करना पैंदा, किसी ने गवांढी ने आके तुहाडा घर नहीं साफ कर देना। एनीवे पिछे मेरे भाई DAV जलंधर तो बैठे आ, रंगले सरदार बैठे, उन्होंने परफॉर्मेंस आ। मैं छोटी जी गल तुहाडे नाल करना चाहुंदा। उस तो पहला वेखो इस देश विच कंपनी राज आउण वाला, कई सोचते हो अदानी ते अंबानी की कंपनी होगी। मैं गल तुहानूं कहदा वो नहीं होगी। तुहाडे 70 साडा एक बंदा बिल गेट्स उत्थे वेट कर रहा किदन अदानी अंबानी के हत्थ 'च कंपनी आवे तो उस वेले उन्होंने को खो के मैं लै ला। हुण एक टाइम पहला
ਕੁਝ ਸਦੀਆਂ ਪਹਿਲਾਂ ਇੱਥੇ ਕੰਪਨੀ ਦਾ ਰਾਜ ਸੀ। ਉਹ ਚਾਰ ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾ ਕਿ ਉਹ ਕੰਪਨੀ ਦਾ ਰਾਜ ਕਿਉਂ ਆਇਆ। ਫਿਰ ਤੁਸੀਂ ਆਪੇ ਹੀ ਸੋਚ ਲਿਓ, ਜੇ ਤੁਸੀਂ ਉਹ ਚੀਜ਼ਾਂ ਚਾਰ ਦੂਰ ਨਾ ਕੀਤੀਆਂ ਤੇ ਇੱਥੇ ਵੀ ਕੰਪਨੀ ਦਾ ਰਾਜ ਆਊਗਾ। ਅੱਜ ਤੁਸੀਂ ਸਰਦਾਰ ਬਣ ਕੇ ਲੜ ਰਹੇ ਹੋ, 10 ਸਾਲ ਬਾਅਦ ਤੁਹਾਨੂੰ ਗੁਲਾਮ ਬਣ ਕੇ ਲੜਨਾ ਪਊ। ਚਾਰ ਚੀਜ਼ਾਂ। ਨੰਬਰ 1, ਔਰੰਗਜ਼ੇਬ ਦੇ ਜਿਹੜੇ ਰਾਜ ਦੀ ਮੈਂ ਗੱਲ ਕਰੂੰਗਾ। ਅਕਬਰ ਦੇ ਰਾਜ 'ਚ ਇਹ ਚੀਜ਼ਾਂ ਨਹੀਂ ਸੀ। ਜਦ ਤੱਕ ਔਰੰਗਜ਼ੇਬ ਦਾ ਰਾਜ ਆਇਆ, ਬਹਾਦਰ ਸ਼ਾਹ ਦਾ ਰਾਜ ਆਇਆ, ਇਹ ਚੀਜ਼ਾਂ ਇਸ ਦੇਸ਼ ਵਿੱਚ ਸੀ। ਨੰਬਰ 1, ਰਿਲੀਜੀਅਸ ਇੰਟੋਲਰੈਂਸ। ਧਰਮ ਦੇ ਉੱਤੇ ਰਾਜਨੀਤੀ ਕੀਤੀ ਗਈ। ਕਿਸੇ ਨੂੰ ਕਹਿ ਦੋ ਬਈ ਤੂੰ ਆ ਮੰਦਿਰ ਢਾ ਦੇ, ਕਿਸੇ ਨੂੰ ਕਿਹਾ ਬਈ ਤੂੰ ਆ ਮਸਜਿਦ ਢਾ ਦੇ। ਕੀ ਉਹ ਚੀਜ਼ਾਂ ਅੱਜ ਹੋ ਰਹੀਆਂ? ਏਕੇ ਦੀ ਗੱਲ ਗਈ, ਜਿਹੜੀ ਗੱਲ ਏਕੇ ਦੀ ਗੱਲ ਅਕਬਰ ਕਰਦਾ ਸੀ ਉਹ ਸਾਰਿਆਂ ਥਾਵਾਂ ਤੇ ਜਾਂਦਾ ਸੀ, ਰਾਜਪੂਤਾਂ ਨਾਲ ਮਿਲਦਾ ਸੀ। ਜਦੋਂ ਔਰੰਗਜ਼ੇਬ ਦਾ ਰਾਜ ਆਇਆ, ਉੱਥੇ ਧਰਮ ਦੀ ਰਾਜਨੀਤੀ ਹੋਈ। ਨੰਬਰ 2, ਜਿਹੜਾ ਵਜ਼ੀਰ ਸੀ, ਵਜ਼ੀਰ ਦਾ ਪੁੱਤ ਹੀ ਵਜ਼ੀਰ ਬਣਦਾ ਸੀ। ਜਿਹੜਾ ਗਰੀਬ ਸੀ, ਭਾਵੇਂ ਜਿੰਨੀ ਮਰਜ਼ੀ ਉਹ 'ਚ ਕਾਬਲੀਅਤ ਸੀ, ਉਹ ਵਜ਼ੀਰ ਬਣਨ ਦਾ ਸੁਪਨਾ ਨਹੀਂ ਲੈ ਸਕਦਾ ਸੀ। ਅੱਜ ਵੀ ਉਹ ਚੀਜ਼ ਹੈ। ਡਾਕਟਰ ਦਾ ਬੱਚਾ ਹੀ ਡਾਕਟਰ ਬਣੂਗਾ, ਡੀਸੀ ਦਾ ਬੱਚਾ ਹੀ ਡੀਸੀ ਬਣੂਗਾ, ਆਈਐਸ ਅਫਸਰ ਦਾ ਹੀ ਬੱਚਾ ਆਈਐਸ ਅਫਸਰ ਬਣੂਗਾ, ਚੀਫ ਮਿਨਿਸਟਰ ਦਾ ਬੱਚਾ ਹੀ ਚੀਫ ਮਿਨਿਸਟਰ ਬਣੂਗਾ। ਗਰੀਬ ਸੁਪਨਾ ਵੀ ਨਹੀਂ ਲੈ ਸਕਦਾ। ਫਿਰ ਮੈਨੂੰ ਯਾਰ ਲੋਕ ਕਹਿ ਦੇਣਗੇ ਬਾਈ ਚਾਹ ਵਾਲਾ ਤਾਂ ਸਾਡਾ ਪ੍ਰਧਾਨ ਮੰਤਰੀ ਬਣਿਆ। ਉਹ ਬਾਈ ਬਣਾਇਆ ਹੀ ਇਸ ਲਈ ਗਿਆ ਕਿ ਸਾਡੇ ਵਰਗੇ ਇਹ ਗੱਲ ਹੀ ਨਾ ਕਰ ਸਕਣ। ਉਹ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਆਪਣੇ ਬੱਚਿਆਂ ਨੂੰ ਪੜ੍ਹਾਓ, ਜ਼ਰੂਰੀ ਆ। ਪੜ੍ਹਾਈ ਹੀ ਇੱਕ ਚੀਜ਼ ਆ ਜਿਹੜਾ ਤੁਹਾਨੂੰ ਗੁਲਾਮੀ ਚੋਂ ਕੱਢ ਸਕਦੀ ਹੈ। ਨੰਬਰ 3, ਬ੍ਰੇਨ ਡਰੇਨ। ਇਸ ਟਾਈਮ ਤੇ ਵੀ ਤੁਹਾਡੇ ਬੱਚੇ ਛੱਡ ਕੇ ਦੂਸਰੇ ਦੇਸ਼ਾਂ ਜਾਂਦੇ। ਉਸ ਟਾਈਮ ਤੇ ਵੀ ਇੰਨੀਆਂ ਲੜਾਈਆਂ ਹੋ ਗਈਆਂ ਇਸ ਦੇਸ਼ ਦੇ ਵਿੱਚ ਧਰਮ ਦੇ ਉੱਤੇ। ਜਿਹੜੇ ਸਿੱਖ, ਭਾਵੇਂ ਮਿਸਲਾਂ ਦੀ ਗੱਲ ਕਰ ਲਓ ਜਾਂ ਮੁਗਲ ਰਾਜ, ਜਿਹੜਾ ਕਦੀ ਉਹ ਆਪਣੇ ਮਹਾਰਾਸ਼ਟਰ ਦੇ ਨਾਲ, ਕਦੀ ਅਲੱਗ-ਅਲੱਗ ਥਾਵਾਂ ਤੇ ਸੂਬਿਆਂ 'ਚ ਇੰਨੀਆਂ ਲੜਾਈਆਂ ਹੋ ਗਿਆ। ਜਿੰਨਾ ਇਸ ਦੇਸ਼ ਦਾ ਦਿਮਾਗ ਸੀ ਉਹ ਇੰਨਾ ਉਲਝ ਗਿਆ ਲੜਾਈਆਂ ਦੇ ਵਿੱਚ ਕਿ ਤੁਸੀਂ ਡਿਸਕਵਰੀ ਤੇ ਕੀ ਕਰਨੀ ਸੀ। ਅੱਜ ਗੋਰੇ ਕਿਉਂ ਦੁਨੀਆ ਤੇ ਰੂਲ ਕਰਦੇ ਆ? ਉਹ ਰਿਸਰਚ ਕਰਦੇ ਆ, ਉਹ ਕਾਢਾਂ ਕੱਢਦੇ ਆ। ਸਾਡਾ ਦੇਸ਼ ਹਿੰਦੂ, ਮੁਸਲਿਮ, ਸਿੱਖ, ਮੇਰਾ ਝੰਡਾ ਝੰਡੇ ਦੇ ਹੀ ਇੰਨਾ ਟਾਈਮ ਤੁਸੀਂ ਲਾ ਦਿੰਦੇ ਹੋ। ਹੁਣ ਆ ਜਿਹੜਾ ਸਾਡਾ ਬ੍ਰੇਨ ਬੈਠਾ, ਆ ਜਿਹੜਾ ਸਟੇਜ ਤੇ ਦਿਮਾਗ ਬੈਠਾ, ਇਹ ਹੋ ਸਕਦਾ ਅਗਲੇ 9 ਮਹੀਨੇ 'ਚ ਕੋਈ ਕਾਢ ਕੱਢ ਕੇ ਕੋਈ ਰਿਸਰਚ ਕਰ ਦਿੰਦੇ ਐਗਰੀਕਲਚਰ ਵਿੱਚ। ਪਰ ਸਾਡਾ, ਮੈਂ ਡਾਕਟਰ ਹਾਂ, ਮੈਂ ਇੱਥੇ 9 ਮਹੀਨੇ ਦਾ ਬੈਠਾ। ਇਹ ਹੁੰਦਾ ਬ੍ਰੇਨ ਡਰੇਨ। ਸਾਡਾ ਬ੍ਰੇਨ ਡਰੇਨ ਹੋ ਰਿਹਾ ਇਹ ਦੇਸ਼ ਦਾ। ਉਸ ਟਾਈਮ ਤੇ ਵੀ ਬ੍ਰੇਨ ਡਰੇਨ ਹੋਇਆ। ਔਰ ਸਭ ਤੋਂ ਵੱਡੀ ਗੱਲ ਐਗਰੀਕਲਚਰ ਦੀ ਆ। ਉਸ ਟਾਈਮ ਤੇ ਇੱਕ ਨਵਾਂ ਲਾਅ ਲੈ ਕੇ ਆਂਦਾ ਗਿਆ ਔਰੰਗਜ਼ੇਬ ਦੇ ਟਾਈਮ ਤੇ, ਜਿਹਦੇ ਕਰਕੇ ਬਹੁਤ ਲੋਕਾਂ ਨੇ ਖੇਤੀਬਾੜੀ ਛੱਡਤੀ। ਟੈਕਸ ਜ਼ਿਆਦਾ ਲਾਉਂਦਾ ਸੀ ਉਹ, ਖੇਤੀਬਾੜੀ ਛੱਡਦੀ, ਇੱਥੋਂ ਤੱਕ ਇਹ ਦੇਸ਼ ਛੱਡਤਾ। ਇਹ ਚਾਰ ਚੀਜ਼ਾਂ ਕਰਕੇ ਉਹਨਾਂ ਨੇ ਕਿਹਾ ਬਈ ਇਹ ਦੇਸ਼ ਦੇ ਵਿੱਚ ਆਪਾਂ ਐਗਰੀਕਲਚਰ ਤੇ ਸਰਵਾਈਵ ਨਹੀਂ ਕਰ ਸਕਦੇ, ਸਾਨੂੰ ਟ੍ਰੇਡ ਕਰਨਾ ਪਊਗਾ। ਉਹ ਟ੍ਰੇਡ ਦਾ ਰਿਜ਼ਲਟ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਆ ਜਿਹੜੀਆਂ ਅੱਜ ਦੀਆਂ ਰਾਜਨੀਤੀਆਂ, ਇਹਦਾ ਰਿਜ਼ਲਟ ਹੋਣਾ ਅਦਾਨੀ ਅੰਬਾਨੀ ਕੰਪਨੀ, ਆਉਣ ਵਾਲੇ ਟਾਈਮ 'ਚ ਬਿਲ ਗੇਟ ਕੰਪਨੀ। ਬਚ ਜਾਓ ਜੇ ਬਚ ਸਕਦੇ ਜੋ, ਤੁਹਾਡੇ ਕੋਲ ਹਜੇ ਵੀ ਟਾਈਮ ਆ। ਅੱਜ ਤੁਸੀਂ ਸਰਦਾਰ ਬਣ ਕੇ ਲੜਦੇ ਜੋ, 10 ਸਾਲਾਂ ਨੂੰ ਤੁਸੀਂ ਗੁਲਾਮ ਬਣ ਕੇ ਲੜੋਗੇ। ਮੇਰੀ ਇੱਕ ਹੋਰ ਗੱਲ ਆ, ਜਿਹੜੇ NRI ਵੀਰ ਆ, ਜਿਹੜੇ ਆ ਰਾਜਨੀਤੀ ਕਰਦੇ ਆ, ਜਿਹੜੇ ਸਾਡੇ ਨਾਲ ਸਾਨੂੰ ਉਕਸਾਉਣ ਦੀ ਕੋਸ਼ਿਸ਼ ਕਰਦੇ, ਉਹਨਾਂ ਦੀਆਂ ਗੱਲਾਂ 'ਚੋਂ ਦੂਰ ਹੋ। ਬਾਈ ਮੈਂ ਉੱਥੋਂ ਹੀ ਆਇਆ, ਮੈਨੂੰ ਪਤਾ ਇਹਨਾਂ ਦੇ ਘਰ ਕਿੱਦਾਂ ਤੁਰਦੇ ਆ, ਇਹ ਰਾਜਨੀਤੀ ਤੇ ਤੁਰਦੇ ਆ। ਬਸ ਇੰਨੀਆਂ ਗੱਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।